ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀ, ਆਪਣੀਆਂ 7 ਪੌੜੀਆਂ ਹੋ ਗਈਆਂ ਸੀ। ਸ਼ਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਹਾਂ। ਇਹ ਗੁਰੂ ਸਾਹਿਬ ਆਪਾਂ ਨੂੰ ਗਿਆਨ ਦੇ ਰਹੇ ਨੇ, ਸਮਝਾ ਰਹੇ ਨੇ। ਪੁਰਖਾਂ ਕਿਹਨੂੰ ਕਿਹਾ ਜੀ? ਸਾਨੂੰ ਇਨਸਾਨਾਂ ਨੂੰ। ਬਿਰਖਾਂ ਦਰਖਤਾਂ ਨੂੰ, ਤੀਰਥਾਂ ਧਰਮ ਸਥਾਨਾਂ ਨੂੰ, ਤੱਟਾਂ ਇਹ ਜਿਹੜੇ ਤੱਟ ਬਣੇ ਹੁੰਦੇ ਨੇ ਜੀ, ਕਿਨਾਰੇ, ਮੇਘਾਂ ਬੱਦਲਾਂ ਨੂੰ, ਖੇਤਾਹਾਂ ਪੈਲੀਆਂ ਨੂੰ, ਖੇਤਾਂ ਨੂੰ। ਇਸ ਤੋਂ ਬਾਅਦ ਅੱਗੇ ਗੱਲ ਕਰਨਗੇ। ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਹਾਂ। ਜਿੰਨੇ ਵੀ ਦੀਪ ਨੇ ਜੀ, ਲੋਹ ਨੇ ਜੀ, ਮੰਡਲ ਨੇ, ਖੰਡ ਨੇ, ਵਰਪੰਡ ਨੇ, ਪੂਰਾ ਸੰਸਾਰ। ਅਤੇ ਉਹਦੇ ਵਿੱਚ ਜਿਵੇਂ ਅੱਗੇ ਕੰਟੀਨੈਂਟਸ, ਜੋ ਵੀ ਜਾਣੀ ਦੇਸ਼, ਕੰਟਰੀਜ਼, ਸਟੇਟਸ, ਸਾਰਾ ਕੁਛ ਉਹਨਾਂ ਦਾ ਗੁਰੂ ਸਾਹਿਬ ਹੀ ਵਰਣਨ ਕਰ ਰਹੇ ਨੇ। ਅੰਡਰ ਜੇਰਜ਼ ਉਤਪੁਜਾਂ ਖਾਣੀ ਸੇਤ ਜਾਹਾਂ। ਇਹ ਸੰਗਤ ਜੀ ਜਿਨ੍ਹਾਂ ਤੋਂ ਸਾਡੀ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਹੁੰਦੀ ਹੈ, ਉਹਨਾਂ ਦੀ ਗੱਲ ਕੀਤੀ ਹੈ। ਅੰਡਜ਼ ਕਈਆਂ ਦੀ ਆਂਡਿਆਂ ਤੋਂ ਪੈਦਾਇਸ਼ ਹੁੰਦੀ ਹੈ। ਜੇਰਜ਼ ਕਈ ਜੂਨਾਂ ਦੀ ਜੇਰ ਤੋਂ ਪੈਦਾ ਹੁੰਦੇ ਨੇ। ਉਤਪੁਜ ਕਈ ਮਤਲਬ ਕਿ ਜਿਵੇਂ ਆਪਾਂ ਬਨਸਪਤੀ ਲਾਉਂਦੇ ਹਾਂ ਪੌਦ ਬੀਜ ਕੇ, ਉਸ ਤਰ੍ਹਾਂ ਪੈਦਾਇਸ਼ ਹੁੰਦੀ ਹੈ। ਖਾਣੀ ਸੇਤ ਜਾਹਾਂ, ਕਈਆਂ ਦੀ ਇਹ 4 ਖਾਣੀਆਂ ਨੇ ਜੀ। ਸੇਤ ਜਾਹਾਂ ਚੌਥੀ ਖਾਣੀ ਹੈ ਜਿਹੜੀ ਇਹ ਗਮਸ ਹੁੰਦੀ ਹੈ ਜੀ। ਜਦੋਂ ਕਿਸੇ ਚੀਜ਼ ਦੇ ਵਿੱਚ ਗਮਸ ਪੈਦਾ ਹੁੰਦੀ ਹੈ, ਉਹਦੇ ਵਿੱਚ ਜੀ ਪੈਦਾ ਹੋ ਜਾਂਦੇ ਨੇ। ਜਿਵੇਂ ਦਾਲਾਂ ਨੂੰ ਬੰਦ ਕਰਕੇ ਰੱਖ ਦਿਓ ਪਲਾਸਟਿਕ ਦੇ ਡੱਬੇ 'ਚ, ਉਹ ਗਮਸ ਖਾ ਜਾਂਦੀਆਂ ਨੇ ਅਤੇ ਫਿਰ ਉਹਨਾਂ ਨੂੰ ਸੁਸਰੀ ਢੋਰਾ ਪੈਦਾ ਹੋ ਜਾਂਦਾ ਹੈ। ਇਹ ਸਾਰਾ ਇਸ ਤਰ੍ਹਾਂ ਮਤਲਬ ਕਿ ਖਾਣੀਆਂ ਨੇ 4, ਜਿਨ੍ਹਾਂ ਦੇ ਵਿੱਚੋਂ ਸਾਡੀਆਂ 84 ਲੱਖ ਜੂਨ ਪੈਦਾ ਹੁੰਦੀਆਂ ਨੇ। ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਤਾਂ। ਗੁਰੂ ਸਾਹਿਬ ਕਹਿੰਦੇ ਵੀ ਉਹ ਪਰਮਾਤਮਾ ਆਪੇ ਸਾਰਿਆਂ ਦੀ ਗਤ ਮਿਤ ਜਾਣਦਾ। ਸਰਾਂ ਮੇਰਾ ਜਤਾਂ, ਜਿੰਨੇ ਵੀ ਉਹਨੇ ਇਹ ਸਰਾਂ ਹੁੰਦਾ ਜੀ, ਸਮੁੰਦਰ, ਮੇਰਾ ਪਹਾੜ, ਜਤਾਂ, ਜਿੰਨੇ ਵੀ ਪ੍ਰਾਣੀ ਪੈਦਾ ਕੀਤੇ ਨੇ, ਸਭ ਨੂੰ ਉਹ ਆਪੇ ਜਾਣਦਾ। ਨਾਨਕ ਜੰਤ ਉਪਾਏ ਕੈ ਸਮਾਲੇ ਸਭਨਾਹਾਂ। ਨਾਨਕ ਜੀ ਕਹਿੰਦੇ ਉਹਨੇ ਜੰਤ ਪੈਦਾ ਕੀਤੇ ਨੇ ਅਤੇ ਸਾਰਿਆਂ ਨੂੰ ਸੰਭਾਲ ਵੀ ਆਪੇ ਰਿਹਾ। ਜਿਨ ਕਰਤੈ ਕਾਰਨ ਕੀਆ ਚਿੰਤਾ ਵੀ ਕਰਨੀ ਤਾਂ। ਜਿਹੜੇ ਨਾਨਕ ਜੀ ਕਹਿੰਦੇ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਚਿੰਤਾ ਵੀ ਉਹਨੂੰ ਹੀ ਹੈ ਇਸ ਸ੍ਰਿਸ਼ਟੀ ਦੀ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਗੁਰੂ ਸਾਹਿਬ ਕਹਿੰਦੇ ਉਹ ਕਰਤਾ ਪਰਮਾਤਮਾ ਜਦੋਂ ਆਪੇ ਚਿੰਤਾ ਕਰਨ ਵਾਲਾ ਹੈਗਾ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਪੱਗ। ਸੰਗਤ ਜੀ ਇੱਥੇ ਜਿਵੇਂ ਗੁਰੂ ਸਾਹਿਬ ਪਰਮਾਤਮਾ ਨੂੰ ਜੁਹਾਰੀ ਕਹਿ ਕੇ ਸੰਬੋਧਨ ਕਰਦੇ ਨੇ। ਤਿਸ ਜੁਹਾਰੀ ਕਹਿੰਦੇ ਉਸ ਜੁਹਾਰੀ ਪਰਮਾਤਮਾ ਨੂੰ ਜਿਨ੍ਹਾਂ ਨੇ ਇਹ ਸੰਸਾਰ ਸ੍ਰਿਸ਼ਟੀ ਕੁਦਰਤ ਸਾਜੀ ਹੈ, ਬਣਾਈ ਹੈ, ਉਹ ਕਿੱਡੇ ਸੋਹਣੇ ਜੁਆਰੀ ਨੇ। ਸਵਸਤ ਤਿਸ, ਉਸ ਨੂੰ ਪਰਮਾਤਮਾ ਨੂੰ ਨਮਸਕਾਰ। ਤਿਸ ਦੀਵਾਨ ਅਪੱਗ, ਜਿਹਦਾ ਜਿਹੜਾ ਦਰਬਾਰ ਹੈ ਉਹ ਨਾਸ਼ ਰਹਿਤ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ। ਹੁਣ ਇੱਥੇ ਨਾਨਕ ਜੀ ਸੰਬੋਧਨ ਕਰਦੇ ਨੇ। ਨਾਨਕ ਸੱਚੇ ਨਾਮ ਬਿਨ, ਨਾਨਕ ਜੀ ਕਹਿੰਦੇ ਸੱਚੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਆ ਟਿੱਕਾ ਲਾਉਣ ਦਾ ਕੀ ਫਾਇਦਾ, ਕਿਆ ਤੱਗ ਜਨੇਊ ਪਾਉਣ ਦਾ ਵੀ ਕੀ ਫਾਇਦਾ ਜੀ, ਉਹਦਾ ਨਾਮ ਹੀ ਨਹੀਂ ਲੈਣਾ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ। ਕਹਿੰਦੇ ਲੱਖਾਂ ਹੀ ਨੇਕੀਆਂ ਕਰ ਲੈ, ਚੰਗੇ ਕੰਮ ਕਰ ਲੈ, ਅਤੇ ਲੱਖਾਂ ਹੀ ਪੁੰਨ ਦਾਨ ਕਰ ਲੈ। ਅਤੇ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬਿਵਾਨ। ਅਤੇ ਜਿਹੜੇ ਲੱਖਾਂ ਹੀ ਤਪ ਕਰ ਲੈ, ਤੀਰਥਾਂ ਦੇ ਉੱਪਰ ਜਾ ਕੇ, ਬਿਵਾਨ ਜੰਗਲਾਂ ਦੇ ਵਿੱਚ ਜਾ ਕੇ ਸਹਿਜ ਜੋਗ ਕਰ ਲੈ। ਗੁਰੂ ਸਾਹਿਬ ਅੱਗੇ ਸਾਨੂੰ ਸਮਝਾਉਂਦੇ ਨੇ ਜੀ। ਲੱਖ ਸੂਰਤਣ ਸੰਗਰਾਮ ਰਣ ਮੈਂ ਛੁਟੈ ਪ੍ਰਾਣ। ਲੱਖਾਂ ਹੀ ਜਿਹੜੇ ਸੂਰਮੇ ਨੇ, ਮਤਲਬ ਕਿ ਰਣ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪ੍ਰਾਣ ਛੱਡ ਦਿੰਦੇ ਨੇ, ਤਿਆਗ ਦਿੰਦੇ ਨੇ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਣ। ਲੱਖਾਂ ਹੀ ਸੁਰਤੀਆਂ ਲਾ ਲਓ, ਲੱਖਾਂ ਹੀ ਗਿਆਨ ਅਤੇ ਧਿਆਨ ਲਾ ਲਓ, ਪੜ੍ਹਿਐ ਪਾਠ ਪੁਰਾਣ। ਅਤੇ ਪੁਰਾਣਾਂ ਦੇ
ਪਾਠ ਪੜ੍ਹ ਲਓ। ਜਿਨ ਕਰਤੇ ਕਾਰਨ ਕੀਆ ਲਿਖਿਆ ਆਵਣ ਜਾਣ। ਕਹਿੰਦੇ ਜਿਸ ਪਰਮਾਤਮਾ ਨੇ ਕਰਤੇ ਨੇ ਕਾਰਨ ਕੀਆ, ਇਹ ਕਾਰਨ ਬਣਾਇਆ, ਸ੍ਰਿਸ਼ਟੀ ਨੂੰ ਰਚਿਆ, ਲਿਖਿਆ ਆਵਣ ਜਾਣ, ਆਉਣਾ ਜਾਣਾ ਵੀ ਉਹਨੇ ਹੀ ਲਿਖਿਆ ਹੋਇਆ, ਉਹਦੀ ਹੱਥ ਵਸ ਹੈ ਜੀ ਸਾਰਾ ਕੁਛ। ਨਾਨਕ ਮੱਤੀ ਮਿਥਿਆ ਕਰਮ ਸੱਚਾ ਨਿਸ਼ਾਨ। ਇੱਥੇ ਆਪਾਂ ਨੂੰ ਗੁਰੂ ਸਾਹਿਬ ਨਾਨਕ ਜੀ ਸਮਝਾ ਰਹੇ ਨੇ, ਨਾਨਕ ਮੱਤੀ ਮਿਥਿਆ, ਜਿਹੜੀਆਂ ਸਾਡੀਆਂ ਹੋਰ ਮੱਤਾਂ ਨੇ ਮਿਥਿਆ ਉਹ ਵਿਅਰਥ ਨੇ, ਕਰਮ ਸੱਚਾ ਨਿਸ਼ਾਨ, ਜਿਹੜੀ ਪਰਮਾਤਮਾ ਦੀ ਰਹਿਮਤ ਬਖਸ਼ਿਸ਼ ਹੈ ਇਹੀ ਸੱਚਾ ਨਿਸ਼ਾਨ ਹੈ। ਪੌੜੀ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ। ਸੱਚਾ ਸਾਹਿਬ ਇੱਕ ਪਰਮਾਤਮਾ ਹੀ ਹੈ ਜੀ, ਜਿਨ ਸੱਚੋ ਸੱਚ ਵਰਤਾਇਆ, ਜਿਹੜਾ ਸੱਚ ਦਾ ਸਾਰੇ ਪਾਸੇ ਉਹਦਾ ਵਰਤਾਰਾ ਚੱਲ ਰਿਹਾ ਹੈ, ਉਹਦਾ ਹੁਕਮ। ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ। ਕਹਿੰਦੇ ਜਿਹਨੂੰ ਤੂੰ ਸੱਚ ਦੰਨਾ ਤਿਸੈ ਮਿਲੈ ਸੱਚ, ਉਹਨੂੰ ਹੀ ਸੱਚ ਮਿਲਦਾ। ਸੱਚ ਕੀ ਹੈ ਜੀ? ਪਰਮਾਤਮਾ ਦਾ ਨਾਮ। ਤਾਂ ਤਿੰਨੀ ਸੱਚ ਕਮਾਇਆ, ਉਹੀ ਫਿਰ ਸੱਚ ਦੀ ਨਾਮ ਦੀ ਕਮਾਈ ਕਰਦੇ ਨੇ। ਸਤਿਗੁਰ ਮਿਲਿਆ ਸੱਚ ਪਾਇਆ। ਕਹਿੰਦੇ ਇਹ ਸੱਚਾ ਨਾਮ ਪਰਮਾਤਮਾ ਦਾ ਪਾਇਆ ਕਿਵੇਂ ਜਾਂਦਾ ਹੈ? ਸੱਚੇ ਗੁਰੂ ਦੇ ਦੁਆਰਾ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਜਿਹਦੇ ਹਿਰਦੇ ਦੇ ਵਿੱਚ ਗੁਰੂ ਦੁਆਰਾ ਪਰਮਾਤਮਾ ਸੱਚਾ ਵਸ ਜਾਂਦਾ ਹੈ। ਮੂਰਖ ਸੱਚ ਨ ਜਾਣਨੀ ਮਨ ਮੁਖੀ ਜਨਮ ਗਵਾਇਆ। ਜਿਹੜੇ ਮੂਰਖ ਨੇ ਉਹ ਸੱਚੇ ਨਾਮ ਨੂੰ ਜਾਣਦੇ ਨਹੀਂ, ਸਮਝਦੇ ਨਹੀਂ। ਮਨ ਮੁਖੀ, ਮਨ ਦੇ ਪਿੱਛੇ ਲੱਗ ਕੇ, ਮਨ ਦੀਆਂ ਮਰਜ਼ੀਆਂ ਕਰਕੇ ਮਨੁੱਖਾ ਜਿਹੜਾ ਜਨਮ ਹੈ ਇਹ ਮਨ ਮੁਖੀ ਜਨਮ ਗਵਾ ਲੈਂਦੇ ਨੇ। ਵਿੱਚ ਦੁਨੀਆ ਕਾਹੇ ਆਇਆ। ਗੁਰੂ ਸਾਹਿਬ ਕਹਿੰਦੇ ਫਿਰ ਦੁਨੀਆ 'ਚ ਆਉਣ ਦਾ ਕੀ ਫਾਇਦਾ ਜੇ ਪਰਮਾਤਮਾ ਦਾ ਨਾਮ ਨੂੰ ਇਹ ਨਾ ਜਾਣਿਆ, ਨਾਮ ਨੂੰ ਇਹ ਨਾ ਜਪਿਆ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਐ, ਪੜ ਭਰੀਏ ਸਾਥ। ਹੁਣ ਇੱਥੇ ਗੁਰੂ ਸਾਹਿਬ ਸਮਝਾ ਰਹੇ ਨੇ ਵੀ ਕਿੰਨਾ ਮਰਜ਼ੀ ਤੂੰ ਗਿਆਨ ਪ੍ਰਾਪਤ ਕਰ ਲੈ, ਪੜ੍ਹੀ ਜਾ, ਮਤਲਬ ਕਿ ਨੌਲੇਜ ਦਾ ਲਈ ਜਾ, ਧਾਰਮਿਕ ਪੁਸਤਕਾਂ ਜਾਂ ਦੂਜੀਆਂ ਜਿਹੜੀਆਂ ਸਾਇੰਸ ਦੀਆਂ ਨੇ, ਜਾਂ ਆਪਾਂ ਜਿਵੇਂ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਪੜ੍ਹਾ ਰਹੇ ਹਾਂ ਜੀ, ਉਹਨਾਂ ਦੇ ਦਿਮਾਗ ਪੜ੍ਹਾ ਕੇ ਭਰ ਦਿੰਦੇ ਆ ਐਨ, ਉਹਨਾਂ ਨੂੰ ਇੰਨੀ ਜ਼ਿਆਦਾ ਨੌਲੇਜ ਦੇ ਦਿੰਦੇ ਆ, ਇੱਕ ਗੁਰੂ ਪਰਮੇਸ਼ਰ ਬਾਰੇ ਨਹੀਂ ਉਹਨਾਂ ਨੂੰ ਪਤਾ ਲੱਗਦਾ, ਬਾਕੀ ਸਭ ਕੁਝ ਪਤਾ ਹੁੰਦਾ। ਪੜ ਪੜ ਗੱਡੇ ਲੱਦੀ, ਇਸ ਤਰ੍ਹਾਂ ਗੱਡੇ ਲੱਦ ਲੈਂਦੇ ਨੇ ਉਹ ਪੜ੍ਹਾਈ ਦੇ। ਪੜ ਪੜ ਭਰੀਏ ਸਾਥ, ਤੇ ਇਸ ਤਰ੍ਹਾਂ ਆਪਣੇ ਨਾਲ ਜਣੀ ਢੇਰ ਲਾ ਲੈਂਦੇ ਨੇ। ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਸੰਗਤ ਜੀ, ਜਿਵੇਂ ਦੁਨਿਆਈ ਪੜ੍ਹਾਈ ਹੁੰਦੀ ਹੈ, ਇਹਦੀ ਪੜ ਪੜ ਕੇ ਗੁਰੂ ਸਾਹਿਬ ਕਹਿੰਦੇ ਬੇੜੀ ਪਾਈਐ। ਤੂੰ ਬੇੜੀ ਮਤਲਬ ਕਿ ਕੋਈ ਬੇੜੀ ਭਰ ਲੈ, ਲਾ ਲਓ ਵੀ ਅੱਜ ਕੱਲ੍ਹ ਆਪਾਂ ਕਹੀਏ ਵੀ ਗੱਡੀ ਭਰ ਲੈ, ਟਰੱਕ ਭਰ ਲੈ, ਇੰਨੀਆਂ ਪੁਸਤਕਾਂ ਪੜ੍ਹ ਲੈ। ਪੜ ਪੜ ਗੱਡੀਐ ਖਾਤ, ਤੇ ਇੰਨੇ ਨੇ ਜਿਵੇਂ ਖੂਹ ਪੱਟੇ ਹੋਣ, ਟੋਏ ਪੱਟੇ ਹੋਣ, ਉਹ ਵੀ ਤੂੰ ਭਰ ਭਰ ਕੇ ਮਤਲਬ ਕਿ ਪੜ ਪੜ ਕੇ ਕਿਤਾਬਾਂ ਦੇ ਭਰ ਦੇਵੇਂ, ਇੰਨੀ ਨੌਲੇਜ ਹੋਵੇ ਤੇਰੇ ਕੋਲੇ। ਪੜ੍ਹਿਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ। ਜਿੰਨੇ ਵੀ ਤੇਰੇ ਕੋਲੇ ਬਰਸ ਨੇ, ਜਿੰਨੇ ਵੀ ਤੇਰੇ ਕੋਲੇ ਸੁਆਸ ਨੇ, ਮਹੀਨੇ ਨੇ, ਤੂੰ ਉਹ ਪੜ੍ਹੀ ਜਾਵੇਂ। ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਜਿੰਨੀ ਤੇਰੀ ਉਮਰ ਹੋਵੇ, ਸ਼ੁਰੂ ਤੋਂ ਲੈ ਕੇ ਬਚਪਨ ਤੋਂ ਮਾਂ-ਬਾਪ ਕੁੱਟ ਕੇ ਬੱਚੇ ਨੂੰ ਪੜ੍ਹਾਈ 'ਚ ਪਾ ਦਿੰਦੇ ਨੇ। ਫਿਰ ਕਈ ਵਾਰ ਉਹਨਾਂ ਦਾ ਇੰਟਰਸਟ ਬਣ ਜਾਂਦਾ ਅੱਗੇ, ਫਿਰ ਉਹ ਆਪੇ ਨਹੀਂ ਹਟਦੇ ਪੜ੍ਹਨੋਂ। ਤੇ ਜਿੰਨੇ ਵੀ ਸੁਆਸ ਨੇ ਐਂਡ ਤੱਕ ਤੂੰ ਪੜ੍ਹੀਓ ਜਾਵੇਂ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਨਾਨਕ ਜੀ ਕਹਿੰਦੇ ਲੇਖੇ ਦੇ ਵਿੱਚ ਇੱਕੋ ਹੀ ਗੱਲ ਹੈ, ਪਰਮਾਤਮਾ ਦਾ ਨਾਮ। ਹੋਰ ਹਉਮੈ ਝਖਣਾ ਝਾਕ, ਹੋਰ ਜਿਹੜਾ ਦੁਨਿਆਵੀ ਗਿਆਨ ਹੈ ਇਹਦੇ ਨਾਲ ਹਉਮੈ ਵੱਧਦੀ ਹੈ ਤੇ ਝਾਕੇ ਮਾਰ ਰਿਹਾ ਬੰਦਾ। ਉੱਥੇ ਆਏ ਪਤਾ ਨਹੀਂ ਕੀ ਕੁਛ ਜਣੀ ਸੁਣਾ ਦਿੰਦਾ, ਧਰਤੀ ਤੋਂ ਲੈ ਕੇ ਅਸਮਾਨ ਤੱਕ ਦੀਆਂ ਗੱਲਾਂ, ਪਰ ਉਹਦੇ ਵਿੱਚ ਪਰਮਾਤਮਾ ਦੀ ਕੋਈ ਗੱਲ ਨਹੀਂ ਹੁੰਦੀ। ਮਹੱਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਜਿੰਨਾ ਵੀ ਪੜ੍ਹਿਆ ਲਿਖਿਆ ਹੋਊਗਾ, ਗੁਰੂ ਸਾਹਿਬ ਕਹਿੰਦੇ ਤੇਤਾ ਕੜਿਆ ਓਨਾ ਹੀ ਸੜਿਆ ਬਲਿਆ ਹੋਊਗਾ। ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁਤ ਤੀਰਥਾਂ ਤੇ ਜਾਂਦਾ ਆ ਕੇ ਓਨਾ ਹੀ ਬੋਲਦਾ, ਸੁਣਾਉਂਦਾ, ਦੱਸਦਾ ਸਭ ਨੂੰ ਵੀ ਮੇਰੇ ਵਰਗਾ ਸਿਆਣਾ ਨਹੀਂ ਕੋਈ, ਮੈਂ ਇੰਨੇ ਤੀਰਥ ਇਸ਼ਨਾਨ ਕਰ ਲਏ।
ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਤੇ ਫਿਰ ਭੇਖਧਾਰੀ ਕੱਪੜੇ ਪਾਉਂਦਾ ਤੇ ਦੇਹ ਨੂੰ ਦੁੱਖ ਦਿੰਦਾ। ਸੌ ਵੇ ਜੀਆ ਆਪਣਾ ਕੀਆ। ਫਿਰ ਸਹਾਰਦਾ ਜੋ ਆਪਣਾ ਮਤਲਬ ਕਿ ਕਰਦਾ ਫਿਰਦਾ ਉਹਨੂੰ ਹੀ ਉਹਦਾ ਭੁਗਤਾਨ ਕਰਨਾ ਪੈਂਦਾ। ਅੰਨ ਨਾ ਖਾਇਆ ਸਾਧ ਗਵਾਇਆ। ਵਰਤ ਰੱਖਦਾ, ਭੁੱਖਾ ਰਹਿੰਦਾ, ਅੰਨ ਨਹੀਂ ਖਾਂਦਾ ਤੇ ਮਤਲਬ ਕਿ ਜਿਹੜੇ ਦੁਨੀਆ ਦੇ ਪਦਾਰਥਾਂ ਦੇ ਸਵਾਦ ਨੇ ਖਾਣੇ ਦੇ ਉਹ ਵੀ ਗਵਾ ਲੈਂਦਾ। ਪਰਮਾਤਮਾ ਵੀ ਨਹੀਂ ਮਿਲਦਾ ਤੇ ਸਵਾਦ ਵੀ ਗਵਾ ਲਿਆ। ਬਹੁਤ ਦੁੱਖ ਪਾਇਆ ਦੂਜਾ ਪਾਇਆ। ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਕਰਦਾ ਦੂਜੇ ਭਾਅ ਦੇ ਵਿੱਚ। ਬਸਤਰ ਨਾ ਪਹਿਰੈ ਅਹਨਿਸ ਕਹਿਰੈ। ਕੱਪੜੇ ਨਹੀਂ ਪਾਉਂਦਾ, ਅਹਨਿਸ ਕਹਿਰੈ ਤੇ ਮੁਸੀਬਤਾਂ ਝੱਲਦਾ। ਕਦੇ ਬਿਨਾਂ ਕੱਪੜਿਆਂ ਤੋਂ ਜ਼ਿਆਦਾ ਠੰਡ ਲੱਗਦੀ ਹੈ, ਕਦੇ ਬਿਨਾਂ ਕੱਪੜਿਆਂ ਤੋਂ ਜ਼ਿਆਦਾ ਗਰਮੀ ਲੱਗਦੀ ਹੈ। ਮੋਨ ਵਿਗੁੱਤਾ, ਮੋਨ ਧਾਰਿਆ ਹੋਇਆ। ਕਿਉਂ ਜਾਗੈ ਗੁਰਬਿਨ ਸੁੱਤਾ। ਤੇ ਉਹਨੂੰ ਗੁਰੂ ਤੋਂ ਬਿਨਾਂ ਜਿਹੜੀ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ, ਜਾਗ ਨਹੀਂ ਆਉਂਦੀ। ਪੱਗ ਉਹ ਪਿਤਾਣਾ ਆਪਣਾ ਕੀਆ ਕਮਾਣਾ। ਪੱਗ ਉਹ ਪਿਤਾਣਾ ਹੁੰਦਾ ਜੀ, ਨੰਗੇ ਪੈਰ ਫਿਰਦਾ, ਆਪਣਾ ਕੀਆ ਕਮਾਣਾ। ਹੁਣ ਜੇ ਪੈਰ ਦੇ ਵਿੱਚ ਕੁਝ ਲੱਗੇ, ਕੰਡਾ ਲੱਗੇ, ਕੋਈ ਸੱਟ ਲੱਗੇ, ਫਿਰ ਉਹਦੀ ਆਪਦੀ ਉਹ ਕਮਾਈ ਹੈ, ਉਹਦਾ ਆਪ ਦਾ ਹੀ ਉਹਨੂੰ ਭੁਗਤਾਨ ਕਰਨਾ ਪੈਣਾ ਪੁੱਠੇ ਕੰਮਾਂ ਦਾ। ਅਲ ਮਲ ਖਾਈ ਸਿਰ ਛਾਈ ਪਾਈ। ਮਤਲਬ ਕਿ ਜੋ ਅਲ ਮਲ ਹੁੰਦਾ ਜੀ, ਖਾਣ ਯੋਗ ਨਹੀਂ ਹੁੰਦਾ, ਉਹ ਖਾਂਦਾ। ਸਿਰ ਛਾਈ ਪਾਈ, ਜਿਵੇਂ ਸਿਰ 'ਚ ਸਵਾਹ ਪਾਉਣੀ ਆਪਾਂ ਕਹਿੰਦੇ ਹਾਂ ਵੀ ਆ ਬੰਦੇ ਦੇ ਕੰਮ ਦੇਖ ਲਓ, ਇਹਨੇ ਤਾਂ ਕਿੰਨੀ ਕਹੀ ਜੀ ਸਵਾਹ ਡਾਈ ਹੈ। ਮਤਲਬ ਕਿ ਨਾ ਚੰਗੇ ਕੰਮਾਂ ਨੂੰ ਤੇ ਨਾ ਚੰਗੇ ਖਾਣੇ ਨੂੰ ਅਲਮਲ ਕਿਹਾ ਤੇ ਸਿਰ ਛਾਈ ਪਾਈ, ਸਵਾਹ ਪਾਉਣੀ। ਮੂਰਖ ਅੰਧੈ ਪੱਤ ਗਵਾਈ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮੂਰਖ ਬਣਿਆ ਹੋਇਆ ਹੈ ਤੇ ਆਪਣੀ ਪੱਤ ਗਵਾ ਰਿਹਾ ਹੈ। ਬਿਨ ਨਾਮੈ ਕਿਛ ਥਾਏ ਨਾ ਪਾਈ। ਨਾਮ ਤੋਂ ਬਿਨਾਂ ਕੋਈ ਥਾਂ ਪ੍ਰਾਪਤ ਨਹੀਂ ਹੁੰਦੀ ਜਿਹੜੀ ਸਥਿਰ ਹੋਵੇ, ਜਿਵੇਂ ਗੁਰੂ ਸਾਹਿਬ ਨਿੱਜ ਘਰ ਦੀ ਗੱਲ ਕਰਦੇ ਨੇ। ਰਹਿ ਬਿਬਾਣੀ ਮੜੀ ਮਸਾਣੀ। ਬਿਬਾਣੀ ਹੁੰਦਾ ਜੰਗਲਾਂ ਦੇ ਵਿੱਚ ਰਹਿੰਦਾ ਜੀ। ਮੜੀ ਮਸਾਣੀ, ਮੜੀਆਂ ਮਸਾਣੀਆਂ ਦੇ ਵਿੱਚ ਜਾਂਦਾ। ਅੰਧ ਨ ਜਾਣੈ ਫਿਰ ਪਛਤਾਣੀ। ਅੰਨ੍ਹੈ, ਪਰਮਾਤਮਾ ਬਾਰੇ ਕੁਛ ਨਹੀਂ ਜਾਣਦਾ ਤੇ ਫਿਰ ਜਦੋਂ ਸਾਰੀ ਉਮਰ ਲੰਘ ਜਾਂਦੀ ਹੈ ਐਂਡ ਨੂੰ ਪਛਤਾਉਂਦਾ। ਸਤਿਗੁਰ ਭੇਟੇ ਸੋ ਸੁਖ ਪਾਏ। ਜਿਹੜੇ ਸੱਚੇ ਗੁਰੂ ਨੂੰ ਮਿਲਦੇ ਨੇ ਸੋ ਸੁਖ ਪਾਏ, ਉਹ ਸੁਖ ਪ੍ਰਾਪਤ ਕਰਦੇ ਨੇ। ਹਰ ਕਾ ਨਾਮ ਮਨ ਵਸਾਏ। ਗੁਰੂ ਦੇ ਦੁਆਰਾ ਪਰਮਾਤਮਾ ਦਾ ਨਾਮ ਮਨ 'ਚ ਵਸਾਉਂਦੇ ਨੇ। ਨਾਨਕ ਨਦਰ ਕਰੇ ਸੋ ਪਾਏ। ਨਾਨਕ ਜੀ ਕਹਿੰਦੇ ਜੀ ਤੇ ਪਰਮਾਤਮਾ ਆਪ ਕਿਰਪਾ ਕਰਦਾ ਉਹਨੂੰ ਸੱਚਾ ਗੁਰੂ ਮਿਲਦਾ। ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ। ਜਿਹੜੇ ਆਸਾਂ ਨੇ ਜੀ, ਅੰਦੇਸੇ ਨੇ ਜੀ, ਚਿੰਤਾ ਨੇ, ਤੇ ਨਹਿ ਕੇਵਲ ਨਿਰਲੇਪਤ ਹੈ। ਹਉਮੈ, ਜਿਹੜੀ ਹਉਮੈ ਹੈ, ਸ਼ਬਦ ਜਲਾਏ। ਇਹ ਸ਼ਬਦ ਦੇ ਨਾਲ ਸੜ ਜਾਂਦੇ ਨੇ ਜਿਹੜੇ ਅੰਦਰਲੇ ਔਗਣ ਹੁੰਦੇ ਨੇ। ਮਤਲਬ ਕਿ ਆਸਾ ਅੰਦੇਸ਼ਾਂ ਤੋਂ ਨਿਰਲੇਪ ਹੋ ਕੇ, ਆਸਾ ਅੰਦੇਸ਼ਾ ਤੇ ਹਉਮੈ ਤੋਂ ਨਿਰਲੇਪ ਹੋ ਕੇ ਸ਼ਬਦ ਦੇ ਨਾਲ ਇਹ ਸਾਰਾ ਕੁਝ ਖਤਮ ਹੋ ਜਾਂਦਾ ਜੀ। ਪੌੜੀ। ਗੁਰੂ ਤੋਂ ਦੁਆਰਾ ਜੇ ਕੋਈ ਆਪਣੇ ਮਨ ਦੇ ਨਾਲ ਭਗਤੀ ਕਰਦਾ, ਉਹਦੇ ਨਾਲ ਹਉਮੈ ਆਉਂਦੀ ਹੈ ਤੇ ਗੁਰੂ ਦੁਆਰਾ ਹਉਮੈ ਸੜਦੀ ਹੈ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਜਿਹੜੇ ਤੇਰੇ ਭਗਤ ਨੇ ਗੁਰੂ ਦੇ ਦੁਆਰਾ, ਉਹ ਤੇਰੇ ਮਨ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਦਰ ਸੋਹਣ ਕੀਰਤ ਗਾਵਦੇ, ਉਹ ਤੇਰੇ ਦਰ 'ਤੇ ਸੋਹਣੇ ਲੱਗਦੇ ਨੇ, ਤੇਰੀ ਉਸਤਤ ਵਡਿਆਈ ਕਰਦੇ। ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਵਦੇ। ਨਾਨਕ ਜੀ ਕਹਿੰਦੇ ਜਿਹੜੇ ਕਰਮਾਂ ਤੋਂ ਬਾਹਰੇ ਨੇ, ਤੇਰੀ ਰਹਿਮਤ ਤੋਂ ਸਖਣੇ ਨੇ, ਦਰ ਢੋ ਨਾ ਲਹਿਣੀ ਧਾਵਦੇ, ਉਹਨਾਂ ਨੂੰ ਤੇਰੇ ਦਰ 'ਤੇ ਢੋਈ ਨਹੀਂ ਮਿਲਦੀ, ਥਾਂ ਨਹੀਂ ਮਿਲਦੀ। ਇੱਕ ਮੂਲ ਨਾ ਬੂਝਣ ਆਪਣਾ ਅਣਹੋਂਦਾ ਆਪ ਗਣਾਏਂਦੇ। ਇੱਕ ਆਪਣੇ ਮੁੱਢ ਨੂੰ ਹੀ ਨਹੀਂ ਸਮਝਦੇ ਜੀ, ਅਸੀਂ ਕਿੱਥੋਂ ਆਏ ਹਾਂ, ਅਸੀਂ ਕੌਣ ਆ, ਅਸੀਂ ਇੱਥੇ ਕੀ ਕਰਨ ਆਏ ਹਾਂ, ਅਸੀਂ ਕਿੱਥੇ ਜਾਣਾ, ਸਾਡਾ ਮੂਲ ਕੀ ਹੈ, ਸਾਡਾ ਪਰਮਾਤਮਾ। ਪਰਮਾਤਮਾ ਨਾਲੋਂ ਵਿਛੋੜਾ। ਅਣਹੋਂਦਾ ਆਪ ਗਣਾਏਂਦੇ, ਆਪਣੇ ਆਪ ਨੂੰ ਹੀ ਗਿਣੀ ਜਾਂਦੇ ਨੇ, ਗਣਾਈ ਜਾਂਦੇ ਨੇ ਵੀ ਮੈਂ, ਮੇਰੀ, ਮੇਰੇ ਵਰਗਾ ਨਹੀਂ ਕੋਈ।
ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਇਂਦੇ। ਹਉ ਢਾਡੀ ਕਾ ਕਹਿੰਦੇ ਵੀ ਮੈਂ ਪਰਮਾਤਮਾ ਤੇਰਾ ਢਾਡੀ ਹਾਂ, ਤੇਰੀ ਸਿਫਤ ਸਲਾਹ ਕਰਨ ਵਾਲਾ। ਨੀਚ ਜਾਤ ਹੈ ਮੇਰੀ, ਹੋਰ ਉੱਤਮ ਜਾਤ ਸਦਾਇਂਦਾ, ਹੋਰ ਸਾਰੇ ਮੇਰੇ ਤੋਂ ਚੰਗੀ ਜਾਤ ਵਾਲੇ ਨੇ, ਚੰਗੇ ਨੇ। ਤਿੰਨ ਮੰਗਾਂ ਜੇ ਤੁਦੈ, ਤੁਜੈ ਧਿਆਈਂਦੇ। ਇੱਥੇ ਪਰਮਾਤਮਾ ਅੱਗੇ ਮੰਗ ਕੀਤੀ ਗਈ ਹੈ ਵੀ ਪਰਮਾਤਮਾ ਮੈਂ ਤੇਤੋਂ ਉਹਨਾਂ ਨੂੰ ਮੰਗਦਾ, ਸਤ ਸੰਗੀਆਂ ਨੂੰ, ਜਿਹੜੇ ਤੈਨੂੰ ਧਿਆਉਂਦੇ ਨੇ। ਤਿੰਨ ਮੰਗਾਂ ਜੇ ਤੁਜੈ ਧਿਆਈਂਦੇ। ਇਹ ਆਪਣੀਆਂ 9 ਪੌੜੀਆਂ ਹੋ ਗਈਆਂ ਜੀ। ਇਸੇ ਤਰ੍ਹਾਂ ਗੁਰੂ ਮਹਾਰਾਜ ਕਿਰਪਾ ਕਰਨ ਅਤੇ ਇਹ ਸੇਵਾ ਲੈਂਦੇ ਰਹਿਣ, ਸੰਗਤ ਕਰਾਉਂਦੇ ਰਹਿਣ, ਅਤੇ ਇਸੇ ਤਰ੍ਹਾਂ ਆਪਾਂ ਸੰਗਤ ਦੇ ਨਾਲ ਟਾਈਮ 'ਚੋਂ ਟਾਈਮ ਕੱਢ ਕੇ ਜੁੜੀਏ ਜੀ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਗੁਰੂ ਦੇ ਦੁਆਰਾ। ਗੁਰੂ ਸਾਡਾ ਸ਼ਬਦ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸ਼ਬਦ ਗੁਰੂ ਹੈ ਜੀ। ਇਸ ਗੁਰਬਾਣੀ ਦੇ ਵਿੱਚ ਅੰਮ੍ਰਿਤ ਦੇ ਨਾਲ ਭਰੀ ਹੋਈ ਹੈ। ਹਰ ਰੋਜ਼ ਅੰਮ੍ਰਿਤ ਛਕੀਏ, ਅੰਮ੍ਰਿਤ ਪੀਏ, ਅਤੇ ਇਸੇ ਤਰ੍ਹਾਂ ਗੁਰੂ ਸਾਹਿਬ ਭੁੱਲਾਂ ਬਖਸ਼ਣਯੋਗ ਨੇ, ਬਖਸ਼ ਲੈਣ ਅਤੇ ਸੇਵਾ ਇਸੇ ਤਰ੍ਹਾਂ ਕਰਾਉਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।